ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਬਾਰੇ ਹੋਇਆ ਐਲਾਨ, ਕੱਢੀ ਇਮੀਗ੍ਰੇਸ਼ਨ ਦੇ ਡਰਾਅ। ਟਰੂਡੋ ਨੇ ਕਈ ਦੇਸ਼ਾਂ ਨੂੰ ਦਿੱਤੀ ਵਧਾਈ, ਭੇਜਿਆ ਖਾਸ ਸੁਨੇਹਾ। ਪ੍ਰਿੰਸ ਦੇ ਸਮਾਗਮ ਦੇ ਵਿੱਚ ਪਹੁੰਚੇ ਟਰੂਡੋ, ਗਵਰਨਰ ਜਨਰਲ ਵੀ ਸਨ ਨਾਲ। 16 ਸਤੰਬਰ ਨੂੰ ਹੋਵੇਗਾ ਮਹਾਰਾਣੀ ਦਾ ਅੰਤਿਮ ਸੰਸਕਾਰ, ਸ਼ਾਹੀ ਪਰਿਵਾਰ ਦੇ ਮੈਂਬਰ ਹੋਣਗੇ ਸ਼ਾਮਿਲ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਬਾਰੇ ਖਬਰ ਸਾਹਮਣੇ ਆਈ ਹੈ। 4 ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਡਰਾਅ ਐਲਾਨ ਕੀਤੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਹੁਣ ਇਹਨਾਂ ਉਮੀਦਵਾਰਾਂ ਨੂੰ ਜੋ ਸੱਦੇ ਹਾਸਿਲ ਹੋਏ ਨੇ, ਭਾਵ ਕਿ ਪੀਐਨਪੀ ਦੇ ਬਾਰੇ ਜਾਣਕਾਰੀ ਇਹਨਾਂ 4 ਸੂਬਿਆਂ ਵੱਲੋਂ ਸਾਂਝੀ ਕੀਤੀ ਗਈ। ਕੈਨੇਡਾ ਦੇ 4 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ 4 ਸੂਬਿਆਂ ਵੱਲੋਂ ਜੋ ਡਰਾਅ ਕੱਢੇ ਗਏ, ਉਹਨਾਂ ਦੇ ਨਤੀਜੇ ਸਾਂਝੇ ਕੀਤੇ ਗਏ ਨੇ। ਇਹ ਪੀਐਨਪੀ ਡਰਾਅ ਸਸਕੈਚੁਆਨ, ਓਨਟਾਰੀਓ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਕੱਢਿਆ ਗਿਆ। ਇਹ ਡਰਾਅ ਇਹਨਾਂ ਸੂਬਿਆਂ ਵੱਲੋਂ 2 ਸਤੰਬਰ ਤੋਂ 8 ਸਤੰਬਰ ਦੌਰਾਨ ਕੱਢੇ ਗਏ, ਜਿਸ ਦੇ ਨਤੀਜੇ ਹੁਣ ਸਾਂਝੇ ਕੀਤੇ ਗਏ ਨੇ। ਸਸਕੈਚੁਆਨ ਦੀ ਗੱਲ ਕਰੀਏ ਤਾਂ ਇੱਥੇ ਕੁੱਲ 1703 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਸਸਕੈਚੁਆਨ ਸੂਬੇ ਵੱਲੋਂ 6 ਸਤੰਬਰ ਤੇ 7 ਸਤੰਬਰ ਨੂੰ ਡਰਾਅ ਐਲਾਨ ਕੀਤੇ ਗਏ। ਦੱਸਿਆ ਜਾ ਰਿਹਾ ਕਿ 1 ਸਤੰਬਰ ਨੂੰ ਜੋ ਪਿਛਲਾ ਡਰਾਅ ਕੱਢਿਆ ਗਿਆ ਸੀ, ਉਹ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ ਸੀ। 6 ਸਤੰਬਰ ਨੂੰ ਸਸਕੈਚੁਆਨ ਵੱਲੋਂ ਜਿਹੜੇ ਡਿਮਾਂਡ ਅਤੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਨਾਲ ਜੁੜੇ ਹੋਏ ਉਮੀਦਵਾਰ ਨੇ, ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਗਏ। 7 ਸਤੰਬਰ ਦੇ ਡਰਾਅ ਦੇ ਵਿੱਚ 521 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਕੀਤੇ ਗਏ। 422 ਆਕੂਪੇਸ਼ਨ ਇਨ ਡਿਮਾਂਡ ਸਟ੍ਰੀਮ ਦੇ ਨਾਲ ਜੁੜੇ ਹੋਏ ਸਨ ਤੇ 943 ਉਮੀਦਵਾਰ ਉਹ ਸਨ ਜਿਨ੍ਹਾਂ ਨੇ ਦੋਨਾਂ ਕੈਟੇਗਰੀਜ਼ ਦੇ ਵਿੱਚ ਘੱਟੋ-ਘੱਟ 70 ਅੰਕ ਹਾਸਿਲ ਕੀਤੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ। ਓਨਟਾਰੀਓ ਸੂਬੇ ਵੱਲੋਂ 7 ਸਤੰਬਰ ਨੂੰ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕੁੱਲ 1521 ਉਮੀਦਵਾਰਾਂ ਦੀ ਕਿਸਮਤ ਝਾਕੀ। ਇੱਥੇ ਸੱਦੇ ਹਾਸਿਲ ਕਰਨ ਵਾਸਤੇ ਉਮੀਦਵਾਰਾਂ ਕੋਲ 320 ਜਾਂ ਫਿਰ ਇਸ ਤੋਂ ਵੱਧ ਸਕੋਰਸ ਹੋਣੇ ਜ਼ਰੂਰੀ ਰਹੇ। ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ, ਜਿੱਥੇ 369 ਉਮੀਦਵਾਰਾਂ ਨੂੰ 7 ਸਤੰਬਰ ਨੂੰ ਸੱਦੇ ਮਿਲੇ। ਆਮ ਤੌਰ ਦੇ ਉੱਪਰ ਬ੍ਰਿਟਿਸ਼ ਕੋਲੰਬੀਆ ਵੱਲੋਂ ਹਰ ਹਫ਼ਤੇ ਹੀ ਡਰਾਅ ਕੱਢਿਆ ਜਾਂਦਾ ਹੈ। ਜ਼ਿਆਦਾਤਰ 361 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਹ ਉਮੀਦਵਾਰ ਟਾਰਗੇਟਡ ਡਰਾਅ ਦੇ ਨਾਲ ਜੁੜੇ ਹੋਏ ਸਨ। ਇਸ ਦੇ ਨਾਲ ਹੀ ਸੂਬੇ ਵੱਲੋਂ ਡਿਟੇਲ ਦਿੱਤੀ ਗਈ ਹੈ ਕਿ 8 ਸੱਦੇ ਚਾਈਲਡਹੁੱਡ ਐਜੂਕੇਟਰਸ ਤੇ ਅਸਿਸਟੈਂਟਸ ਨੂੰ, ਜਿਸ ਵਾਸਤੇ ਉਹਨਾਂ ਨੂੰ 60 ਪੁਆਇੰਟਸ ਦੀ ਜ਼ਰੂਰਤ ਰਹੀ। ਹੈਲਥ ਕੇਅਰ ਵਰਕਰਸ ਨੂੰ ਇਨਵੀਟੇਸ਼ਨ ਮਿਲੇ, ਜਿਨ੍ਹਾਂ ਨੂੰ 60 ਅੰਕਾਂ ਦੀ ਜ਼ਰੂਰਤ ਸੀ। ਮੈਨੀਟੋਬਾ ਸੂਬੇ ਵੱਲੋਂ ਵੀ 8 ਸਤੰਬਰ ਨੂੰ ਪੀਐਨਪੀ ਡਰਾਅ ਕੱਢਿਆ ਗਿਆ, ਜਿਸ ਵਿੱਚ 200 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਮਿਲੇ। 278 ਉਮੀਦਵਾਰਾਂ ਨੂੰ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਸਕਿਲਡ ਵਰਕਰਸ ਇਨ ਮੈਨੀਟੋਬਾ ਵਾਸਤੇ 217 ਸੱਦੇ ਦਿੱਤੇ ਗਏ, ਜਿਸ ਵਾਸਤੇ 616 ਘੱਟੋ-ਘੱਟ ਸਕੋਰਸ ਦੀ ਜ਼ਰੂਰਤ ਰਹੀ। ਸਕਿਲਡ ਵਰਕਰਸ ਓਵਰਸੀਜ਼ ਵਾਸਤੇ 20 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਘੱਟੋ-ਘੱਟ 703 ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 41 ਸੱਦੇ ਜਾਰੀ ਕੀਤੇ ਗਏ, ਜਿਸ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਈ ਦੇਸ਼ਾਂ ਨੂੰ ਵਧਾਈ ਦਿੱਤੀ ਗਈ ਹੈ। ਇਸ ਵੇਲੇ ਕੁਝ ਦੇਸ਼ਾਂ ਦੇ ਵਿੱਚ ਜੋ ਸਮਾਗਮ ਚੱਲ ਰਿਹਾ, ਫੈਸਟੀਵਲ ਚੱਲ ਰਿਹਾ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਪ੍ਰਧਾਨ ਮੰਤਰੀ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ, ਜੋ ਕਿ ਉਹਨਾਂ ਵੱਲੋਂ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਸਾਂਝਾ ਕੀਤਾ ਗਿਆ ਹੈ। ਮਿਡ ਆਟਮ ਫੈਸਟੀਵਲ ਦੇ ਚੱਲਦਿਆਂ ਪ੍ਰਧਾਨ ਮੰਤਰੀ ਵੱਲੋਂ ਕਈ ਦੇਸ਼ਾਂ ਨੂੰ ਵਧਾਈ ਭੇਜੀ ਗਈ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ਚਾਈਨੀਜ਼, ਵਿਅਤਨਾਮੀਜ਼, ਕੋਰੀਅਨ ਅਤੇ ਜਾਪਾਨੀਜ਼ ਕਮਿਊਨਿਟੀ ਨੂੰ ਵਧਾਈ ਦਿੱਤੀ ਗਈ। ਉਹਨਾਂ ਵੱਲੋਂ ਖੁਦ ਸੋਸ਼ਲ ਮੀਡੀਆ ਉੱਪਰ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਮਿਡ ਆਟਮ ਫੈਸਟੀਵਲ ਦਾ ਜ਼ਿਕਰ ਕੀਤਾ ਹੈ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Hello everyone, bonjour à tous, and happy Mid-Autumn Festival. Tonight, Chinese, Vietnamese, Korean, and Japanese communities will gather to give thanks for the harvest and the year's successes. This is a time for families to get together, to light lanterns, and to share mooncakes. It's also a time for us all to celebrate and reflect on the diversity that Canada represents. Guidés par leurs valeurs communes de respect, de générosité et de bienveillance, les Canadiens d'origine chinoise, vietnamienne, coréenne et japonaise améliorent la vie dans nos communautés. À cette époque où la division et la haine affectent beaucoup trop de gens, c'est l'occasion de se réunir et de découvrir les traditions qui rendent nos communautés plus riches et diversifiées. As we gather under moonlight tonight, let's honor the many communities that mark this day and that have always made Canada stronger. Encore une fois, bonne fête de la mi-automne. Merci, thank you, Sheshe, Kamun, Kamsahamnida,
Arigato gozaimasu. ਕੁਈਨ ਐਲਿਜ਼ਾਬੈਥ ਦੀ ਥਾਂ ਹੁਣ ਪ੍ਰਿੰਸ ਚਾਰਲਸ ਵੱਲੋਂ ਲੈ ਲਈ ਗਈ ਹੈ। ਅੱਜ ਉਹਨਾਂ ਦਾ ਇੱਕ ਜੋ ਸੈਰੇਮਨੀ ਦੇਖਣ ਨੂੰ ਮਿਲੀ ਉਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਗਵਰਨਰ ਜਨਰਲ ਵੀ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕੈਨੇਡਾ ਵਿੱਚ ਕਿੰਗ ਚਾਰਲਸ III ਦੀ ਅਸੈਸ਼ਨ ਸੈਰੇਮਨੀ ਦੇਖਣ ਨੂੰ ਮਿਲੀ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਬੋਲਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਗਵਰਨਰ ਜਨਰਲ ਮੈਰੀ ਸਾਈਮਨ ਵੀ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਗਿਆ। As you know, the cabinet met this morning here at Rideau Hall to consider an instrument of advice to Her Excellency the Governor General with respect to a proclamation of accession, which, as you know, was read here a few moments ago. And if you'll allow me, I'd also like to reflect for a few moments on Her Majesty Queen Elizabeth II's passing. As Queen of Canada for 70 years, Her Majesty accompanied Canadians through some of the most defining moments in our country's history. Through her reassuring presence and graceful demeanor, she was an immense source of inspiration and pride for countless Canadians. I consider myself privileged to have met Her Majesty on a few occasions during my father's tenure here at Rideau Hall when he served as her Governor General. I remember my father's profound respect and affection for Her Majesty. As the first Acadian to hold the office of Governor General, my father saw his appointment as an opportunity to build bridges between Canadians of all origins, and in so doing, he had a model like no other in the person of the woman he represented here on Canadian soil, Her Majesty Queen Elizabeth II. I also want to extend my personal deepest condolences to King Charles III and the entire royal family during this most difficult time. J'aimerais débuter ce matin en offrant quelques réflexions sur le décès de Sa Majesté la Reine Elisabeth II. ਕੁਈਨ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ, ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦ ਰਾਇਲ ਫੈਮਿਲੀ ਵੱਲੋਂ ਸੋਸ਼ਲ ਮੀਡੀਆ ਉੱਪਰ ਇਸ ਬਾਰੇ ਅਪਡੇਟ ਦਿੱਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਸ਼ਾਹੀ ਪਰਿਵਾਰ ਦੇ ਮੈਂਬਰ ਇਸ ਸੈਰੇਮਨੀ ਦੇ ਵਿੱਚ ਹਿੱਸਾ ਲੈਣਗੇ। 8 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਹੁਣ 19 ਸਤੰਬਰ ਨੂੰ ਉਹਨਾਂ ਦਾ ਫਿਊਨਰਲ ਹੋਣ ਜਾ ਰਿਹਾ ਹੈ। ਦੱਸਿਏ ਕਿ 96 ਸਾਲ ਦੀ ਉਮਰ ਦੇ ਵਿੱਚ ਕੁਈਨ ਐਲਿਜ਼ਾਬੈਥ II ਦੀ ਮੌਤ ਹੋ ਗਈ। ਜਾਣਕਾਰੀ ਦਿੱਤੀ ਗਈ ਹੈ ਕਿ 11 ਸਤੰਬਰ ਨੂੰ ਕੌਫਿਨ ਬਾਏ ਰੋਡ ਐਡਿਨਬਰਗ ਤੱਕ ਪਹੁੰਚਾਇਆ ਜਾਵੇਗਾ। ਮਹਾਰਾਣੀ ਦੇ ਫਿਊਨਰਲ ਦੇ ਵਿੱਚ ਕਿੰਗ ਚਾਰਲਸ III ਅਤੇ ਪਰਿਵਾਰਕ ਮੈਂਬਰ ਸ਼ਾਮਿਲ ਹੋਣਗੇ। ਦ ਰਾਇਲ ਫੈਮਿਲੀ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਵੀ ਇਸ ਸਭ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 96 ਸਾਲਾ ਮਹਾਰਾਣੀ ਐਲਿਜ਼ਾਬੈਥ ਨੂੰ ਡਾਕਟਰੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਸੀ। ਬ੍ਰਿਟੇਨ ਦੀ ਪਿਛਲੇ 7 ਦਹਾਕਿਆਂ ਤੋਂ ਐਲਿਜ਼ਾਬੈਥ II ਮਹਾਰਾਣੀ ਰਹੇ ਨੇ ਤੇ 96 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਜੀਵਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਈਨ ਐਲਿਜ਼ਾਬੈਥ ਕੈਨੇਡਾ ਦੇ ਵੀ ਰਾਣੀ ਸਨ। ਬਕਿੰਗਮ ਪੈਲੇਸ ਵੱਲੋਂ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਆਖਰੀ ਵੇਲੇ ਉਹਨਾਂ ਨੇ ਆਪਣਾ ਸਮਾਂ ਬਾਲਮੋਰਲ ਕੈਸਲ ਦੇ ਵਿੱਚ ਬਿਤਾਇਆ। ਦੱਸਣਯੋਗ ਹੈ ਕਿ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦੀ ਸਾਲ 2021 ਦੇ ਵਿੱਚ ਮੌਤ ਹੋ ਗਈ ਸੀ। ਐਲਿਜ਼ਾਬੈਥ 1952 ਵਿੱਚ ਰਾਜ ਤਖਤ ਤੇ ਬੈਠੇ ਤੇ ਉਹ ਬ੍ਰਿਟੇਨ ਅਤੇ ਕੈਨੇਡਾ ਸਮੇਤ ਕਿੰਨੇ ਹੀ ਕਾਮਨਵੈਲਥ ਦੇਸ਼ਾਂ ਦੇ ਮੁਖੀ ਰਹੇ। ਆਪਣੇ 70 ਸਾਲ ਦੇ ਸ਼ਾਸਨ ਦੌਰਾਨ ਮਹਾਰਾਣੀ ਐਲਿਜ਼ਾਬੈਥ ਬ੍ਰਿਟਿਸ਼ ਰਾਜ ਦੇ ਨਿਗਾਰ ਤੋਂ ਲੈ ਕੇ ਅਫਰੀਕੀ ਅਤੇ ਕੈਰੀਬੀਅਨ ਦੇਸ਼ਾਂ ਦੇ ਵਿੱਚ ਵੀ ਇਤਿਹਾਸਕ ਘਟਨਾਵਾਂ ਦੇ ਗਵਾਹ ਬਣੇ ਰਹੇ। ਜ਼ਿਕਰਯੋਗ ਹੈ ਕਿ ਐਲਿਜ਼ਾਬੈਥ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਵਿੱਚ ਹੋਇਆ, ਜੋ ਕਿ ਯਾਰਕ ਦੇ ਡਿਊਕ ਅਤੇ ਡਚੈਸ ਦੀ ਪਹਿਲੀ ਔਲਾਦ ਸਨ। ਜਦੋਂ ਰਾਣੀ ਐਲਿਜ਼ਾਬੈਥ ਦਾ ਜਨਮ ਹੋਇਆ ਤਾਂ ਉਹ ਗੱਡੀ ਦੇ ਉੱਤਰਾਧਿਕਾਰੀ ਦੀ ਕਤਾਰ ਦੇ ਵਿੱਚ ਤੀਜੇ ਨੰਬਰ ਤੇ ਸਨ ਤੇ ਉਹਨਾਂ ਦੇ ਸ਼ਹਿਨशाह ਬਣਨ ਦੀ ਸੰਭਾਵਨਾ ਨਹੀਂ ਸੀ। ਪਰ ਇਹ ਬਦਲਾਵ ਉਸ ਵੇਲੇ ਹੋਇਆ ਜਦੋਂ ਐਲਿਜ਼ਾਬੈਥ ਦੇ ਚਾਚਾ ਨੇ ਅਮਰੀਕੀ ਤਲਾਕਸ਼ੁਦਾ ਔਰਤ ਦੇ ਨਾਲ ਵਿਆਹ ਕਰਵਾਉਣ ਵਾਸਤੇ ਸ਼ਾਹੀ ਜ਼ਿੰਮੇਵਾਰੀਆਂ ਨੂੰ ਤਿਆਗ ਦਿੱਤਾ। ਇਸ ਤੋਂ ਬਾਅਦ ਐਲਿਜ਼ਾਬੈਥ ਦੇ ਪਿਤਾ ਕਿੰਗ ਜਾਰਜ 6ਵੇਂ ਬਣ ਗਏ ਅਤੇ ਐਲਿਜ਼ਾਬੈਥ ਨੂੰ ਉਹਨਾਂ ਦਾ ਉੱਤਰਾਧਿਕਾਰੀ ਮੰਨ ਲਿਆ ਗਿਆ। ਇਸ ਵੇਲੇ ਐਲਿਜ਼ਾਬੈਥ ਦੀ ਆਪਣੇ ਭਵਿੱਖ ਦੇ ਪਤੀ ਅਤੇ ਗ੍ਰੀਸ ਤੇ ਡੈਨਮਾਰਕ ਦੇ ਪ੍ਰਿੰਸ ਫਿਲਿਪ ਨਾਲ ਮੁਲਾਕਾਤ ਹੋਈ।
1947 ਦੇ ਵਿੱਚ ਲੰਡਨ ਵਿਖੇ ਉਹਨਾਂ ਦੋਹਾਂ ਦਾ ਵਿਆਹ ਹੋਇਆ। 1948 ਦੇ ਵਿੱਚ ਇਸ ਜੋੜੇ ਦੀ ਪਹਿਲੀ ਔਲਾਦ ਪ੍ਰਿੰਸ ਚਾਰਲਸ ਸੀ ਅਤੇ ਜੋ 2 ਸਾਲ ਬਾਅਦ ਦੂਸਰੀ ਔਲਾਦ ਪ੍ਰਿੰਸੈਸ ਐਨੀ ਦਾ ਜਨਮ ਹੋਇਆ। 1960 ਤੋਂ 1964 ਦੇ ਵਿੱਚ 2 ਹੋਰ ਬੇਟਿਆਂ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਜਨਮ ਲਿਆ ਗਿਆ। ਕੁੱਲ ਮਿਲਾ ਕੇ ਇਸ ਸ਼ਾਹੀ ਪਰਿਵਾਰ ਦੇ ਵਿੱਚ 8 ਪੋਤੇ-ਪੋਤੀਆਂ ਤੇ 12 ਪੜਪੋਤੇ-ਪੜਪੋਤੀਆਂ ਦੱਸੇ ਗਏ। ਦੱਸਿਏ ਕਿ ਕਿੰਗ ਜਾਰਜ 6ਵੇਂ ਦਾ 1952 ਦੌਰਾਨ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਐਲਿਜ਼ਾਬੈਥ ਨੂੰ ਮਹਾਰਾਣੀ ਬਣਾਇਆ ਗਿਆ। ਗੱਡੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਹੈ, ਜਿਸ ਸੰਬੰਧੀ ਕਾਰਵਾਈ ਕਰਦਿਆਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਦੂਸਰੇ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਕਿਹਾ ਗਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਖਬਰ ਟੋਰਾਂਟੋ ਤੋਂ ਸਾਹਮਣੇ ਆਈ ਹੈ, ਜਿੱਥੇ ਕਾਰ ਚੈਕਿੰਗ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਦੂਸਰੇ ਸਸਪੈਕਟ ਦੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਜੋ ਡਿਟੇਲ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਚੋਰੀ ਦਾ ਇਹ ਮਾਮਲਾ 1:30 ਦੇ ਕਰੀਬ ਮਾਰਨਿੰਗਸਾਈਡ ਐਵਨਿਊ ਦੇ ਨੇੜੇ ਤੋਂ ਸਾਹਮਣੇ ਆਇਆ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਸ ਕਾਰ ਚੈਕਿੰਗ ਦੇ ਮਾਮਲੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਮੌਕੇ ਵਾਲੀ ਥਾਂ ਤੋਂ ਉਹਨਾਂ ਵੱਲੋਂ ਹਥਿਆਰ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਵਾਹਨ ਬਰਾਮਦ ਹੋਣ ਬਾਰੇ ਵੀ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਪੁਲਿਸ ਵੱਲੋਂ ਇਸ ਸੰਬੰਧੀ ਜੋ ਕਾਰਵਾਈ ਕੀਤੀ ਗਈ ਉਸ ਤਹਿਤ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਜਦਕਿ ਦੂਸਰੇ ਵਿਅਕਤੀ ਦੀ ਅਜੇ ਵੀ ਭਾਲ ਜਾਰੀ ਹੈ। ਸਸਪੈਕਟ ਦੇ ਬਾਰੇ ਪੁਲਿਸ ਵੱਲੋਂ ਬਹੁਤੀ ਡਿਟੇਲ ਨਹੀਂ ਦਿੱਤੀ ਗਈ ਤੇ ਨਾ ਹੀ ਉਸ ਬਾਰੇ ਕੋਈ ਹੋਰ ਗੱਲਾਂ ਦਾ ਜ਼ਿਕਰ ਕੀਤਾ ਗਿਆ। ਪੁਲਿਸ ਵੱਲੋਂ ਸਿਰਫ ਇਹੀ ਦੱਸਿਆ ਗਿਆ ਕਿ ਕਾਰ ਚੈਕਿੰਗ ਦੇ ਮਾਮਲੇ ਵਿੱਚ ਉਹਨਾਂ ਨੇ ਕਾਰਵਾਈ ਕੀਤੀ ਹੈ, ਜਿੱਥੇ ਇੱਕ ਜਾਣੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੂਸਰੇ ਦੀ ਭਾਲ ਜਾਰੀ ਹੈ। ਰਾਹਤ ਦੀ ਖਬਰ ਰਹੀ ਕਿ ਇਸ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਪੁਲਿਸ ਵੱਲੋਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਉਸ ਦੀ ਡਿਟੇਲ ਵੀ ਉਹਨਾਂ ਵੱਲੋਂ ਦਿੱਤੀ ਗਈ। ਨਾਰਥ ਯਾਰਕ ਦੇ ਵਿੱਚ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਜਾਣਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਗਿਆ। ਫਿਲਹਾਲ ਸਸਪੈਕਟ ਬਾਰੇ ਡਿਟੇਲ ਨਹੀਂ ਦਿੱਤੀ ਗਈ। ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ। ਨਾਰਥ ਯਾਰਕ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇੱਕ ਟੀਨੇਜਰ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਬਾਰੇ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਘਟਨਾ 12:45 ਦੇ ਕਰੀਬ ਰਾਤ ਵੇਲੇ ਸਾਹਮਣੇ ਆਈ, ਜਿੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਡਾਊਨਸ ਵਿਊ ਪਾਰਕ ਟ੍ਰੇਲ ਖੇਤਰ ਦੇ ਵਿੱਚ ਗੋਲੀਆਂ ਚੱਲੀਆਂ ਨੇ। ਜਿਸ ਵੇਲੇ ਪੁਲਿਸ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਸੀ। ਜ਼ਖਮੀ ਹਾਲਤ ਵਿੱਚ ਉਸ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜਿਸ ਬਾਰੇ ਪੈਰਾਮੈਡਿਕਸ ਵੱਲੋਂ ਡਿਟੇਲ ਦਿੱਤੀ ਗਈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਮੌਕੇ ਵਾਲੀ ਥਾਂ ਤੋਂ ਉਹਨਾਂ ਨੂੰ ਇੱਕ ਹਥਿਆਰ ਵੀ ਬਰਾਮਦ ਹੋਇਆ। ਗੋਲੀਬਾਰੀ ਦੀ ਘਟਨਾ ਨੂੰ ਕਿਸ ਵਿਅਕਤੀ ਵੱਲੋਂ ਅੰਜਾਮ ਦਿੱਤਾ ਗਿਆ ਉਸ ਸਸਪੈਕਟ ਦੀ ਭਾਲ ਅਜੇ ਜਾਰੀ ਹੈ। ਸਸਪੈਕਟ ਦੀ ਬਹੁਤੀ ਡਿਟੇਲ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜੇ ਉਸ ਦਾ ਗ੍ਰਿਫਤਾਰ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪੀੜਤ ਦੀ ਪਹਿਚਾਣ ਵੀ ਅਜੇ ਜਨਤਕ ਨਹੀਂ ਕੀਤੀ ਗਈ, ਸਿਰਫ ਇਹੀ ਦੱਸਿਆ ਗਿਆ ਕਿ ਉਹ ਇੱਕ ਟੀਨੇਜਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿੱਚ 2 ਜਾਣੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਤੇ 2 ਯਾਤਰੀਆਂ ਨੂੰ ਹਲਕੀਆਂ ਸੱਟਾਂ ਆਉਣ ਦੇ ਬਾਰੇ ਜਾਣਕਾਰੀ ਦਿੱਤੀ ਗਈ। ਕੈਲੀਫੋਰਨੀਆ ਦੇ ਸੈਨ ਡਿਏਗੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਹ ਹਾਦਸਾ ਸੈਨ ਡਿਏਗੋ ਬੇ ਦੇ ਉੱਪਰ ਵਾਪਰਨ ਦੇ ਬਾਰੇ ਅਧਿਕਾਰੀਆਂ ਵੱਲੋਂ ਡਿਟੇਲ ਦਿੱਤੀ ਗਈ। ਆਫੀਸਰਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਸਮਾਲ ਸਿਵਿਲੀਅਨ 에ਅਰਕ੍ਰਾਫਟ ਹਾਦਸੇ ਦਾ ਸ਼ਿਕਾਰ ਹੋ ਗਿਆ। YouTube ਚੈਨਲ ਦੇ ਉੱਪਰ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ। ਜੋ ਇੱਥੇ 2 ਜਾਣੇ ਮੌਜੂਦ ਸਨ, ਉਹ ਹਾਦਸੇ ਤੋਂ ਬਚ ਗਏ। ਉਹ ਆਪਣਾ ਬਚਾਅ ਕਰਨ ਦੇ ਵਿੱਚ ਸਫਲ ਰਹੇ। ਇਸ ਤੋਂ ਇਲਾਵਾ 2 ਯਾਤਰੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਜਾਣ ਦੀ ਵੀ ਖਬਰ ਦਿੱਤੀ ਗਈ ਹੈ, ਪਰ ਇਹ ਗੱਲ ਦੱਸੀ ਗਈ ਹੈ ਕਿ ਇਹਨਾਂ ਨੂੰ ਕੋਈ ਬਹੁਤੀਆਂ ਸੱਟਾਂ ਨਹੀਂ ਆਈਆਂ। ਇਹਨਾਂ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਉਣ ਦੇ ਬਾਰੇ ਡਿਟੇਲ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ 12:22 ਦੇ ਕਰੀਬ ਸਾਹਮਣੇ ਆਇਆ, ਜਿੱਥੇ 에ਅਰਕ੍ਰਾਫਟ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੈਨ ਡਿਏਗੋ ਦੇ ਵਿੱਚ ਇਸ ਸਮੇਂ ਕਾਫੀ ਖਰਾਬ ਮੌਸਮ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਮਾਮਲੇ ਸੰਬੰਧੀ ਅਧਿਕਾਰੀਆਂ ਵੱਲੋਂ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਇੱਥੇ ਵੀ ਦੱਸ ਦਈਏ ਕਿ ਪੀੜਤਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ। ਕੈਲੀਫੋਰਨੀਆ ਦੇ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਸੀ, ਜਿਸ ਤੋਂ ਬਾਅਦ ਕੈਲੀਫੋਰਨੀਆ ਵਾਸੀਆਂ ਨੂੰ ਇਸ ਸੰਬੰਧੀ ਹੁਣ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਮੌਸਮ ਬਾਰੇ ਕੈਲੀਫੋਰਨੀਆ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਇੱਥੇ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ। ਕੈਲੀਫੋਰਨੀਆ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ, ਜਿੱਥੋਂ ਮੌਸਮ ਸੰਬੰਧੀ ਜਾਣਕਾਰੀ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਹੁਣ ਇੱਥੇ ਸਟਾਰਮ ਦਾ ਸਾਹਮਣਾ ਕੈਲੀਫੋਰਨੀਆ ਵਾਸੀਆਂ ਨੂੰ ਕਰਨਾ ਪਵੇਗਾ।
ਮੌਸਮ ਸੰਬੰਧੀ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਵਿੱਚ ਦੱਸਿਆ ਗਿਆ ਕਿ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਜੋ ਰਿਕਾਰਡ ਬ੍ਰੇਕਿੰਗ ਹੀਟ ਵੇਵ ਦੇਖਣ ਨੂੰ ਮਿਲ ਰਹੀ ਸੀ ਉਸ ਤੋਂ ਹੁਣ ਰਾਹਤ ਮਿਲੇਗੀ ਕਿਉਂਕਿ ਇੱਥੇ ਟ੍ਰੋਪੀਕਲ ਸਟਾਰਮ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬੇ ਏਰੀਆ ਦੇ ਵਿੱਚ ਤਾਪਮਾਨ ਪਹਿਲਾਂ ਦੇ ਵਾਂਗ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਕਈ ਥਾਵਾਂ ਦੇ ਉੱਪਰ ਬਰਸਾਤ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਹੜ੍ਹ ਦੀ ਚੇਤਾਵਨੀ ਵੀ ਦਿੱਤੀ ਗਈ। ਇਹ ਹੜ੍ਹ ਦੀ ਚੇਤਾਵਨੀ ਕੋਸਟਲ ਅਤੇ ਮਾਊਂਟੇਨ ਏਰੀਆਜ਼ ਵਾਸਤੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਸੀਲ ਬੀਚ ਪਾਰਕਿੰਗ ਲਾਟ ਦੇ ਵਿੱਚ ਵੀ ਇਸ ਤਰ੍ਹਾਂ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਦੱਸ ਦਈਏ ਕਿ ਪਿਛਲੇ ਦਿਨੀ ਕੈਲੀਫੋਰਨੀਆ ਦੇ ਵਿੱਚ ਕਾਫੀ ਭਿਆਨਕ ਗਰਮੀ ਪਈ ਹੈ। ਤਾਪਮਾਨ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਗਿਆ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇੱਥੇ ਜੋ ਵਾਈਲਡ ਫਾਇਰ ਲੱਗੀ ਹੋਈ ਹੈ ਉਸ ਕਾਰਨ ਕਾਫੀ ਜ਼ਿਆਦਾ ਗਰਮੀ ਦਾ ਸਾਹਮਣਾ ਕੈਲੀਫੋਰਨੀਆ ਵਾਸੀਆਂ ਨੂੰ ਕਰਨਾ ਪਿਆ। ਮੌਜੂਦਾ ਸਮੇਂ ਇਸ ਜੰਗਲ ਦੀ ਅੱਗ ਦੇ ਕਾਰਨ 40% ਹਿੱਸਾ ਪ੍ਰਭਾਵਿਤ ਹੋਇਆ। ਇਹ ਅੱਗ 28,000 ਏਕੜ ਤੋਂ ਵੱਧ ਵਿੱਚ ਫੈਲੀ ਹੋਈ ਦੱਸੀ ਜਾ ਰਹੀ ਹੈ। ਫਾਇਰ ਫਾਈਟਰਸ ਲਗਾਤਾਰ ਆਪਣੇ ਕੰਮ ਦੇ ਵਿੱਚ ਜੁਟੇ ਹੋਏ ਨੇ, ਜਿਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਅੱਗ ਦੇ ਉੱਪਰ ਕਾਬੂ ਪਾ ਲਿਆ ਜਾਵੇ ਤੇ ਇੱਥੇ ਅਧਿਕਾਰੀਆਂ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਵਾਈਲਡ ਫਾਇਰ ਦੀ ਸਥਿਤੀ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਕੁਈਨ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਪ੍ਰਿੰਸ ਚਾਰਲਸ ਸਾਰਿਆਂ ਦੇ ਸਾਹਮਣੇ ਆਏ ਤੇ ਉਹਨਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਰਾਣੀ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਹ ਦਿਖਾਈ ਦਿੱਤੇ। ਮਹਾਰਾਣੀ ਦੀ ਮੌਤ ਤੋਂ ਬਾਅਦ ਕਿੰਗ ਚਾਰਲਸ III ਸਭ ਦੇ ਸਾਹਮਣੇ ਆਏ ਤੇ ਉਹਨਾਂ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਉਹਨਾਂ ਵੱਲੋਂ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਿੰਗ ਚਾਰਲਸ ਰਾਣੀ ਐਲਿਜ਼ਾਬੈਥ ਦੇ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਇਸ ਮੌਕੇ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। I speak to you today with feelings of profound sorrow. Throughout her life, Her Majesty the Queen, my beloved mother, was an inspiration, an example to me and to all my family. Queen Elizabeth was a life well lived, a promise with destiny kept, and she is mourned most deeply in her passing. As the Queen herself did with such unswerving devotion, I too now solemnly pledge myself, throughout the remaining time God grants me, to uphold the constitutional principles at the heart of our nation. My life will of course change as I take up my new responsibilities. It will no longer be possible for me to give so much of my time and energies to the charities and issues for which I care so deeply. As my heir, William now assumes the Scottish titles which have meant so much to me. He succeeds me as Duke of Cornwall and takes on the responsibilities for the Duchy of Cornwall, which I have undertaken for more than 5 decades. Today, I am proud to create him Prince of Wales, Tywysog Cymru. And to my darling Mama, as you begin your last great journey to join my dear late Papa, I want simply to say this: thank you. Thank you for your love and devotion to our family and to the family of nations you have served so diligently all these years. May flights of angels sing thee to thy rest. ਹੈਲਥ ਕੈਨੇਡਾ ਵੱਲੋਂ ਛੋਟੇ ਬੱਚਿਆਂ ਵਾਸਤੇ ਟੀਕਾ ਮਨਜ਼ੂਰ ਕਰ ਲਿਆ ਗਿਆ। ਛੋਟੇ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਫਾਈਜ਼ਰ ਦਾ ਟੀਕਾ ਲਗਾਉਣ ਸੰਬੰਧੀ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ। ਫਾਈਜ਼ਰ ਵੱਲੋਂ ਡਾਟਾ ਭੇਜਿਆ ਗਿਆ ਸੀ ਜਿਸ ਦੇ ਉੱਪਰ ਹੁਣ ਫੈਸਲਾ ਸੁਣਾ ਦਿੱਤਾ ਗਿਆ ਹੈ। ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਟੀਕਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਮਨਜ਼ੂਰ ਕੀਤਾ ਗਿਆ। ਜੀ ਹਾਂ, ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਛੋਟੇ ਬੱਚਿਆਂ ਵਾਸਤੇ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਜ ਹੈਲਥ ਕੈਨੇਡਾ ਵੱਲੋਂ 6 ਮਹੀਨਿਆਂ ਤੋਂ ਲੈ ਕੇ 4 ਸਾਲ ਦੇ ਬੱਚਿਆਂ ਵਾਸਤੇ ਟੀਕਾ ਮਨਜ਼ੂਰ ਕਰ ਲਿਆ ਗਿਆ ਹੈ। ਇਸ ਬਾਰੇ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜੋ ਡਾਟਾ ਉਹਨਾਂ ਨੂੰ ਦਿੱਤਾ ਗਿਆ ਸੀ ਇਸ ਪੂਰੇ ਡਾਟੇ ਨੂੰ ਰਿਵਿਊ ਕੀਤਾ ਗਿਆ ਜਿਸ ਤੋਂ ਬਾਅਦ ਹੈਲਥ ਕੈਨੇਡਾ ਨੇ ਆਪਣਾ ਫੈਸਲਾ ਸੁਣਾਇਆ ਹੈ। ਫਾਈਜ਼ਰ ਵੱਲੋਂ 4000 ਤੋਂ ਵੱਧ ਬੱਚਿਆਂ ਦੇ ਉੱਪਰ ਆਪਣੇ ਟੀਕੇ ਨੂੰ ਅਜ਼ਮਾਇਆ ਗਿਆ ਸੀ ਜਿਸ ਦੇ ਨਤੀਜੇ ਸਹੀ ਨਿਕਲੇ।
Today, Health Canada authorized the 10 microgram Pfizer-BioNTech Comirnaty COVID-19 vaccine for use as a booster dose in children aged 5 to 11 years, and NACI released a national guidance for its use in Canada. This booster dose provides a great option to restore protection for this age group, especially for those who are at high risk of severe illness. Specifically, NACI recommends that children 5 to 11 years of age who have an underlying medical condition that places them at high risk of severe illness due to COVID-19, including children who are immunocompromised, should be offered a first booster dose of the 10 microgram Pfizer-BioNTech Comirnaty COVID-19 vaccine at least 6 months after completion of a primary series. For all other children in this age group, NACI recommends the 10 microgram Comirnaty vaccine may be offered as a first booster at least 6 months after completion of a primary series in the context of heightened epidemiological risk. Although there remains much to be learned about post-COVID-19 condition, also known as PCC or long COVID, several studies have now shown that COVID-19 vaccination reduces the risk of developing PCC if a person who is vaccinated with 2 or more doses later becomes infected. Ongoing research will help strengthen the evidence on this important issue. ਮੌਂਕੀਪੌਕਸ ਵਾਇਰਸ ਦੇ ਬਾਰੇ ਜਾਣਕਾਰੀ ਸਾਹਮਣੇ ਹੈ, ਜਿੱਥੇ ਦੱਸਿਆ ਗਿਆ ਕਿ ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਹੁਣ ਤੱਕ ਕਿੰਨੇ ਸੂਬਿਆਂ ਵਿੱਚ ਇਸ ਦਾ ਫੈਲਾਅ ਹੋ ਗਿਆ ਤੇ ਕਿੰਨੇ ਮਾਮਲੇ ਸਾਹਮਣੇ ਆਏ, ਇਸ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਅਮਰੀਕਾ ਦੇ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਜਾਣਕਾਰੀ ਮੁਤਾਬਕ 47% ਦੀ ਗਿਰਾਵਟ ਦੱਸੀ ਜਾ ਰਹੀ ਹੈ, ਜੋ ਕਿ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਸੰਬੰਧੀ ਰਿਕਾਰਡ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਹੜੀ ਥਾਂ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 436, ਨਿਊਯਾਰਕ 3542, ਜਾਰਜੀਆ 1522, ਕੈਲੀਫੋਰਨੀਆ 4140, ਫਲੋਰੀਡਾ 2148, ਮੈਰੀਲੈਂਡ 559, ਇਲੀਨੋਇਸ 1128, नेवाडा 204, न्यू जर्सी 595, टेक्सास 1871, वाशिंगटन 484, एरिजोना 356, रोड आइलैंड 53, मैसेच्यूसेट 336, पेंसिल्वेनिया 618, लुजियाना 198, वर्जीनिया 364, कोलोराडो 235, पोर्टोरिको 126, नॉर्थ कैरोलिना 382, यूटा 111, ऑरिगन 141, टेनेसी 213, इंडियाना 182, मिनीसोटा 141, नॉर्थ कैरोलिना 120, मिशिगन 202, हायो 213, हवाई 25, अलाबामा 82, न्यू हैम्पशायर 22, मिसिसिपी 44, नेब्रास्का 28, अरकानसास 43, न्यू मैक्सिको 27, मिसूरी 61, विस्कॉन्सिन 56, कैंटुकी 34, नॉर्थ डकोटा 5, ओक्लाहोमा 24, मेन 7, वेरमोंट 3, मोंटाना 5, वेस्ट वर्जीनिया 8, अलास्का 3, वायोमिंग 2, कैंसस 7 ਤੇ ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਆ ਹੈਡਲਾਈਨਸ ਤੇ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਬਾਰੇ ਹੋਇਆ ਐਲਾਨ, ਕੱਢੀ ਇਮੀਗ੍ਰੇਸ਼ਨ ਦੇ ਡਰਾ। ਟਰੂਡੋ ਨੇ ਕਈ ਦੇਸ਼ਾਂ ਨੂੰ ਦਿੱਤੀ ਵਧਾਈ, ਭੇਜਿਆ ਖਾਸ ਸੁਨੇਹਾ। ਪ੍ਰਿੰਸ ਦੇ ਸਮਾਗਮ ਦੇ ਵਿੱਚ ਪਹੁੰਚੇ ਟਰੂਡੋ, ਗਵਰਨਰ ਜਨਰਲ ਵੀ ਸਨ ਨਾਲ। 16 ਸਤੰਬਰ ਨੂੰ ਹੋਵੇਗਾ ਮਹਾਰਾਣੀ ਦਾ ਅੰਤਿਮ ਸੰਸਕਾਰ, ਸ਼ਾਹੀ ਪਰਿਵਾਰ ਦੇ ਮੈਂਬਰ ਹੋਣਗੇ ਸ਼ਾਮਿਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।